ਨੀਂਦਿਆ ਸਰਵਨ ਸੋਏ ਸੁਣ ਨਿੰਦ ਵਿਚਾਰ। ਕੰਨ ਜਿਹੜੇ ਉਹਨਾਂ ਨੂੰ ਰਸ ਲੱਗਾ ਹੋਇਆ ਨਿੰਦਿਆ ਚੁਗਲੀ ਸੁਣਨ ਦਾ। ਰਸਨਾ ਸੋਈ ਲੋਭ ਮੀਠੇ ਸਵਾਦ। ਜੀਭਾ ਜਿਹੜੀ ਆ ਰਸਾਂ ਕਸਾਂ ਵਿੱਚ ਖਚਤ ਹੋਈ ਹੈ ਖਾਣ ਪੀਣ 'ਚ। ਮਨ ਸੋਇਆ ਮਾਇਆ ਬਿਸਮਾਦ। ਮਹਾਰਾਜ ਕਹਿੰਦੇ ਮਾਇਆ ਦੇ ਜਾਲ ਵਿੱਚ, ਮਾਇਆ ਦੇ ਪ੍ਰਭਾਵ ਵਿੱਚ ਮਨ ਸੁੱਤਾ ਪਿਆ ਏ, ਮਨ ਮਦਹੋਸ਼ ਹੈ। ਪਰ ਐ ਬੰਦਿਆ ਯਾਦ ਰੱਖੀ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਏ। ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਹਨ, ਇਸ ਗ੍ਰਹਿ ਵਿੱਚ, ਇਸ ਸੰਸਾਰ ਵਿੱਚ ਜੇ ਕੋਈ ਸੁਚੇਤ ਹੈ, ਜਾਗਦਾ ਹੈ, ਉਹਨੂੰ ਸੋਝੀ ਹੋਏਗੀ, ਉਹ ਆਪਣੀ ਵਸਤੂ ਸਾਬਤ ਲੈ ਕੇ ਜਾਵੇਗਾ। ਇਸੇ ਲਈ ਮਹਾਰਾਜ ਕਹਿੰਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾ ਗਾਫਲ ਸੋਇਆ। ਫਿਰ ਜਾਗਣਾ ਕਿੱਦਾਂ ਹੈ ਮਹਾਰਾਜ ਇਹ ਵੀ ਦੱਸਦੇ ਆ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ, ਬਖਸ਼ਿਸ਼ ਕਰਦੇ। ਅੱਗੇ ਸਮਝਾਉਂਦੇ ਨੇ, ਸਗਲ ਸਹੇਲੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਇਹਨੂੰ ਸੰਸਾਰ ਨੂੰ ਹੀ ਆਪਣਾ ਘਰ ਸਮਝ ਲਿਆ। ਇੱਥੇ ਆਇਆ ਸੀ ਕੁਝ ਸਮੇਂ ਲਈ ਲਾਹਾ ਲੈਣ ਵਾਸਤੇ, ਇਹਨੂੰ ਹੀ ਸਭ ਕੁਝ ਸਮਝ ਕੇ ਬਹਿ ਗਿਆ। ਜਿਹੜਾ ਆਪਣਾ ਘਰ ਆ ਉਹਦੀ ਕਦੀ ਖਬਰਸਾਰ ਹੀ ਨਹੀਂ ਲਈ। ਮੁਸਨਹਾਰ ਪੰਚ ਬਟਵਾਰੇ, ਸੁਨੇ ਨਗਰ ਪਰੇ ਠਗਾਰੇ। ਪੰਜ ਠੱਗ ਜਿਹੜੇ ਨੇ ਉਹ ਆਪਣੇ ਨੇ, ਆਪਣੇ ਬਣ ਕੇ ਠੱਗੀ ਮਾਰਦੇ ਪਏ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਸੁਵਾਸਾਂ ਦੀ ਪੂੰਜੀ ਨੂੰ ਕੁਤਰੀ ਜਾ ਰਹੇ ਨੇ। ਜਿਵੇਂ ਬੰਦਾ ਗਲ ਵਿੱਚ ਫਾਂਸੀ ਦਾ ਰੱਸਾ ਹੈ, ਦੂਸਰੇ ਪਾਸੇ ਰੱਸੇ ਨੂੰ ਚੂਹਾ ਕੁਤਰੀ ਜਾ ਰਿਹਾ ਹੈ। ਜਿਵੇਂ ਹੀ ਰੱਸਾ ਇੱਧਰੋਂ ਕੱਟ ਦੇਵੇਗਾ ਤੇ ਵਜਨ ਵਾਲਾ ਪਾਸਾ ਨੀਚੇ ਆ ਜਾਏਗਾ, ਇਹਨੂੰ ਤਖਤੇ ਤੇ ਫਾਂਸੀ ਤੇ ਲਟਕਾ ਦੇਵੇਗਾ। ਭਾਵ ਸਵਾਸਾਂ ਦੀ ਪੂੰਜੀ ਨੂੰ ਚੂਹਾ ਕੁਤਰੀ ਜਾ ਰਿਹਾ। ਸੁਨੇ ਨਗਰ, ਅੰਦਰੋਂ ਇਹਦਾ ਹਿਰਦਾ ਸੁੰਨਾ ਏ, ਪਰੇ ਠੱਗ ਹਾਰੇ। ਲੋਕੀ ਤੇ ਅੱਜ ਕੱਲ ਚਹਿਲ ਬਹਿਲ ਵਿੱਚ ਜਾ ਕੇ ਠੱਗੀ ਮਾਰ ਲੈਂਦੇ ਨੇ, ਤੇ ਸੁੰਨੇ ਘਰ ਨੂੰ ਤੇ ਲੁੱਟਣਾ ਹੀ ਬੜਾ ਸੌਖਾ ਹੈ। ਮਹਾਰਾਜ ਸਮਝਾਉਂਦੇ, ਉਨ ਤੇ ਰਾਖੇ ਬਾਪ ਨ ਮਾਈ, ਉਨ ਤੇ ਰਾਖੇ ਮੀਤ ਨ ਭਾਈ। ਐ ਬੰਦਿਆ ਯਾਦ ਰੱਖੀ, ਜਿਹੜਾ ਸਵਾਸਾਂ ਦੀ ਪੂੰਜੀ ਨੂੰ ਚੂਹਾ ਕੁਤਰੀ ਜਾਂਦਾ, ਉਹਦੇ ਤੋਂ ਤੈਨੂੰ ਤੇਰਾ ਮਾਂ ਪਿਓ ਨਹੀਂ ਬਚਾ ਸਕਦਾ। ਕੋਈ ਹੈ ਐਸਾ ਦੁਨੀਆ ਤੇ ਮਾਂ ਪਿਓ ਜਿਹੜਾ ਬੱਚੇ ਦੀ ਉਮਰ ਘਟਦੀ ਹੋਵੇ ਤੇ ਉਹਨੂੰ ਵਧਾਈ ਜਾਵੇ? ਹਰ ਰੋਜ਼ ਜ਼ਿੰਦਗੀ ਚੋਂ ਘਟਦਾ ਜਾਂਦਾ। ਕੋਈ ਇਦਾਂ ਦਾ ਹੈ ਜਿਹੜਾ ਇਹਨੂੰ ਵਧਾ ਦੇਵੇ?
ਮਹਾਰਾਜ ਕਹਿੰਦੇ ਉਨ ਤੇ ਰਾਖੇ ਮੀਤ ਨਾ ਭਾਈ, ਉਹਦੇ ਤੋਂ ਕੋਈ ਨਹੀਂ ਤੈਨੂੰ ਬਚਾ ਸਕਦਾ, ਨਾ ਮਿੱਤਰ ਨਾ ਭਰਾ। ਦਰਬ ਸਿਆਣਪ ਨਾ ਕੋਈ ਰਹਤੇ, ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਯਾਦ ਰੱਖੀ, ਨਾ ਇਹ ਕੁਟੁੰਬ ਪਰਿਵਾਰ, ਨਾ ਧਨ ਦੌਲਤ, ਨਾ ਕੋਈ ਸਿਆਣਪ ਤੈਨੂੰ ਜਮਾ ਤੋਂ ਬਚਾ ਸਕਦੀ, ਮੌਤ ਤੋਂ ਬਚਾ ਸਕਦੀ, ਆਵਾ ਗਾਉਣ ਦੇ ਚੱਕਰ ਤੋਂ ਬਚਾ ਸਕਦੀ। ਇਸ ਮੌਤ ਨੇ ਆਪਣੇ ਸਮੇਂ ਨਾਲ ਆ ਜਾਣਾ। ਮੈਨੂੰ ਜਿੰਨਾ ਸਮਾਂ ਮਿਲਿਆ, ਮੈਂ ਉਸ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਜੇ ਪਰਮਾਤਮਾ ਦੀ ਪ੍ਰਾਪਤੀ ਕਰ ਗਿਆ ਤੇ ਕਰ ਗਿਆ। ਉਦੋਂ ਬਾਅਦ ਜੇ ਕੋਈ ਆਖੇ ਨਾ ਵੀ ਇੱਕ ਘੜੀ ਵੀ ਮਿਲ ਜਾਵੇ ਮੈਨੂੰ ਸਿਮਰਨ ਕਰਨ ਨੂੰ, ਜਦੋਂ ਬੁਲਾਵਾ ਆ ਗਿਆ, ਜਿਹੜੀ ਬੁਰਕੀ ਤੇਰੇ ਹੱਥ ਵਿੱਚ ਆ ਉਹ ਹੱਥ 'ਚ ਹੀ ਰਹਿ ਜਾਣੀ ਆ। ਕਈ ਵਾਰੀ ਇੱਕ ਕਦਮ ਘਰ ਦੀਆਂ ਦਲੀਜਾਂ 'ਚ ਆ ਤੇ ਇੱਕ ਕਦਮ ਗਲੀ 'ਚ ਆ, ਬੁਲਾਵਾ ਆ ਗਿਆ, ਉੱਥੇ ਹੀ ਧੜਾਮ ਕਰਕੇ ਡਿੱਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਤੋਂ ਤੈਨੂੰ ਕੋਈ ਨਹੀਂ ਬਚਾ ਸਕਦਾ। ਇਹ ਜਿਹੜੇ ਦੁਸ਼ਟ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸ਼ਾ ਤ੍ਰਿਸ਼ਨਾ, ਇਹਨਾਂ ਤੋਂ ਸਿਰਫ ਤੇ ਸਿਰਫ ਜੇ ਕੋਈ ਬਚਾ ਸਕਦਾ ਤੇ ਮਹਾਰਾਜ ਕਹਿੰਦੇ ਸਾਧ ਸੰਗਤ ਓਏ ਦੁਸ਼ਟ ਵਸ ਕੀਤੇ। ਇਹ ਦੁਸ਼ਟ ਜਿਹੜੇ ਨੇ ਸਾਧ ਸੰਗਤ ਵਿੱਚ ਆਵੇਂ, ਗੁਰੂ ਦੀ ਗੱਲ ਸੁਣੇ, ਗੁਰੂ ਦੀ ਗੱਲ ਨੂੰ ਵਿਚਾਰੇ, ਵਿਚਾਰ ਕੇ ਤੇ ਉਹਨੂੰ ਮੰਨਣ ਲੱਗ ਜਾਵੇ। ਮਹਾਰਾਜ ਕਹਿੰਦੇ ਫਿਰ ਇਹ ਮਨ ਵੀ ਕਾਬੂ 'ਚ ਆ ਜਾਂਦਾ ਤੇ ਇਹਦੇ ਜਿਹੜੇ ਸਿਪਾ ਸਲਾਰ ਨੇ ਉਹ ਵੀ ਕਾਬੂ ਆ ਜਾਂਦੇ। ਮਾਇਆ ਵੀ ਮੁੱਠੀ ਵਿੱਚ ਆ ਜਾਂਦੀ, ਮਾਇਆ ਵੀ ਕਾਬੂ ਆ ਜਾਂਦੀ। ਕਰ ਕਿਰਪਾ ਮੋਹਿ ਸਾਰੰਗ ਪਾਨ, ਸੰਤਨ ਧੂਰ ਸਰਬ ਨਿਧਾਨ। ਹੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਮੈਨੂੰ ਸਾਧ ਸੰਗਤ ਦੀ ਚਰਨ ਧੂੜ ਬਖਸ਼ ਦੇ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੇ ਪਾਰ ਬ੍ਰਹਮ ਕੈ ਰੰਗ। ਜੇ ਤੂੰ ਆਪਣੀ ਪੂੰਜੀ ਸੰਪੂਰਨ ਤੌਰ ਤੇ ਸਾਬਤ ਲੈ ਕੇ ਜਾਣੀ ਔਰ ਲਾਹਾ ਖੱਟ ਕੇ ਜਾਣਾ ਏ ਤੇ ਐ ਮੇਰੇ ਮਨਾ ਪਰਮ ਪਿਤਾ ਪਰਮਾਤਮਾ ਦਾ ਸੰਗ ਕਰ, ਸਾਧ ਸੰਗਤ ਦਾ ਸੰਗ ਕਰ, ਗੁਰੂ ਦਾ ਸੰਗ ਕਰ। ਇਹ ਤੇਰੀ ਸਹਾਇਤਾ ਕਰ ਸਕਦੇ ਆ। ਸੋ ਜਾਗੇ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਉਹ ਜਾਗਦਾ ਰਹਿ ਜਾਂਦਾ ਜਿਹੜਾ ਸਤ ਸੰਗਤ ਵਿੱਚ ਆਉਂਦਾ, ਤੇ ਜਿਹੜਾ ਸਤ ਸੰਗਤ ਵਿੱਚ ਆਉਂਦਾ ਗੁਰੂ ਉਹਦੇ ਤੇ ਕਿਰਪਾ ਕਰ ਦਿੰਦਾ। ਗੁਰੂ ਦੀ ਕਿਰਪਾ ਦਾ ਸਦਕਾ ਉਹਨੂੰ ਗਿਆਨ ਹੋ ਜਾਂਦਾ। ਉਸ ਗਿਆਨ ਦੇ ਰਾਹੀਂ ਉਹ ਆਪਣਾ ਸਭ ਕੁਝ ਬਚਾ ਲੈਂਦਾ। ਅੱਗੇ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ। ਜਾਂ ਕੈ ਵਸ ਖਾਨ ਸੁਲਤਾਨ, ਜਾਂ ਕੈ ਵਸ ਹੈ ਸਗਲ ਜਹਾਨ। ਜਾਂ ਕਾ ਕੀਆ ਸਭ ਕਿਛ ਹੋਏ, ਤਿਸ ਤੇ ਬਾਹਰ ਕੋਈ ਨਾਹੀ ਕੋਏ। ਐ ਮੇਰੇ ਮਨਾ ਸੰਗ ਕਰ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦਾ, ਜਿਹਦੇ ਵਾਸ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਆ, ਸੁਲਤਾਨ ਆ। ਐ ਮੇਰੇ ਮਨਾ ਮਿੱਤਰ ਬਣਾ ਉਸ ਪਰਮ ਪਿਤਾ ਪਰਮਾਤਮਾ ਨੂੰ, ਜਿਹਦੀ ਮੁੱਠੀ ਵਿੱਚ, ਜਿਹਦੇ ਹੱਥ ਵਿੱਚ, ਜਿਹਦੀ ਕਮਾਂਡ ਵਿੱਚ, ਜਿਹਦੇ ਕੰਟਰੋਲ ਵਿੱਚ, ਜਿਹਦੇ ਵਸ ਵਿੱਚ ਐ ਸਾਰਾ ਬ੍ਰਹਿਮੰਡ ਆ।
ਉਸ ਪਰਮ ਪਿਤਾ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ, ਜਿਹਦਾ ਕੀਤਾ ਹੋਇਆ ਸਭ ਕੁਛ ਹੁੰਦਾ ਏ। ਜੋ ਚਾਹੇ ਤੇ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਉਹਦਾ ਸੰਗ ਕਰ, ਜਿਹਦੇ ਤੋਂ ਬਾਹਰ ਕੁਛ ਹੈ ਹੀ ਨਹੀਂ, ਜਿਹਦੇ ਦਾਇਰੇ ਵਿੱਚ ਸਾਰਾ ਕੁਛ ਹੈ, ਬਾਹਰ ਕੁਛ ਵੀ ਨਹੀਂ। ਉਹਦੇ ਚਰਨਾਂ 'ਚ ਬੇਨਤੀ ਕਰ, ਉਹਦੇ ਉਂਗਲ ਫੜ, ਪੱਲਾ ਫੜ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇਹ ਨਿਭਾਹੇ। ਸਤਿਗੁਰੂ ਜੀ ਕਹਿੰਦੇ, ਬੰਦਿਆ ਆਪਣੇ ਗੁਰੂ ਦੇ ਚਰਨਾਂ 'ਚ ਬੇਨਤੀ ਕਰ, ਜੀ ਕੀ ਬਿਰਥਾ ਹੋਏ ਸੋ ਗੁਰ ਪੇ ਅਰਦਾਸ ਕਰ। ਆਪਣੇ ਗੁਰੂ ਦੇ ਚਰਨਾਂ 'ਚ ਅਰਦਾਸ ਕਰ ਜੋ ਤੇਰੇ ਮਨ ਦੀ ਬਿਰਥਾ ਹੈ। ਤੇ ਫਿਰ ਯਾਦ ਰੱਖੀ, ਗੁਰੂ ਸਾਹਿਬ ਕਹਿੰਦੇ ਬਿਰਥੀ ਨਾ ਹੋ ਬਈ, ਜਨ ਕੀ ਅਰਦਾਸ। ਜਨ ਬਣ ਕੇ, ਸੇਵਕ ਬਣ ਕੇ ਕੀਤੀ ਹੋਈ ਅਰਦਾਸ ਕਦੀ ਬੇਅਰਥ ਨਹੀਂ ਜਾਂਦੀ। ਇਹ ਵੀ ਗੱਲ ਯਾਦ ਰੱਖੀ, ਜੋ ਮੰਗੇਗਾ ਉਹੀ ਮਿਲਣਾ ਹੈ। ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਜੇ ਨਾਮਦਾਨ, ਸੇਵਾ ਸਿਮਰਨ, ਅੰਮ੍ਰਿਤ ਵੇਲਾ ਮੰਗੇਗਾ ਤੇ ਉਹੀ ਮਿਲੇਗਾ। ਜੇ ਦੁਨਿਆਵੀ ਦਾਤਾਂ ਮਿਲੇਗਾ ਮੰਗੇਗਾ, ਉਹ ਨਾ ਮੰਗੇਗਾ ਤਾਂ ਵੀ ਮਿਲਣਗੀਆਂ। ਜੇ ਮੰਗੇਗਾ ਫਿਰ ਤੇ ਮਿਲਣਗੀਆਂ, ਪਰ ਨਾਮਦਾਨ ਤੋਂ ਵਾਂਝਾ ਰਹਿ ਜਾਏਗਾ। ਮਹਾਰਾਜ ਕਹਿੰਦੇ ਨੇ ਆਪਣੇ ਸਤਿਗੁਰ ਅੱਗੇ ਬੇਨਤੀ ਕਰ, ਜਿਹੜਾ ਸਤਿਗੁਰੂ ਤੇਰੇ ਦੁਨਿਆਵੀ ਕਾਰਜ, ਤੇਰੇ ਰੂਹਾਨੀ ਕਾਰਜ, ਮਨੁੱਖ ਜਨਮ ਦਾ ਸਫਲਤਾ ਦਾ ਕਾਰਜ ਕਰ ਸਕਦਾ ਹੈ। ਕਾਜ ਤੁਮਾਰੇ ਦੇਹ ਨਿਭਾਹੇ, ਜਿਹੜਾ ਤੇਰੇ ਸਾਰੇ ਕਾਰਜ ਨਿਭਾ ਦਵੇ, ਉਸ ਰੱਬ ਨਾਲ ਜੁੜਨਾ ਕਰ। ਸਭ ਤੇ ਊਚ ਜਾ ਕਾ ਦਰਬਾਰ, ਸਗਲ ਭਗਤ ਜਾਂ ਕਾ ਨਾਮ ਆਧਾਰ। ਸਭ ਤੋਂ ਉੱਚਾ ਜਿਹਦਾ ਦਰਬਾਰ ਆ ਨਾ, ਉਸ ਮਾਲਕ ਨਾਲ ਜੁੜ, ਉਸ ਰੱਬ ਨਾਲ ਜੁੜ। ਜਿੰਨੇ ਵੀ ਭਗਤ ਨੇ, ਪੀਰ ਪੈਗੰਬਰ ਨੇ, ਔਲੀਏ ਨੇ, ਅਵਤਾਰ ਨੇ, ਇਹ ਸਾਰੇ ਉਸ ਪਰਮਾਤਮਾ ਦਾ ਹੀ ਆਸਰਾ ਰੱਖਦੇ ਆ। ਸਾਰੇ ਉਹਦੇ ਨਾਲ ਹੀ ਜੁੜਦੇ ਆ। ਸਾਰਿਆਂ ਨੂੰ ਉਹਦੇ ਨਾਮ ਦਾ ਹੀ ਆਸਰਾ ਹੈ। ਸਰਬ ਵਿਆਪਤ ਪੂਰਨ ਧਨੀ, ਜਾ ਕੀ ਸੋਭਾ ਘਟ ਘਟ ਬਣੀ। ਉਹ ਪਰਮ ਪਿਤਾ ਪਰਮਾਤਮਾ ਸਰਬ ਵਿਆਪਕ ਆ, ਬਾਕੀ ਕੋਈ ਵੀ ਸਰਬ ਵਿਆਪਕ ਨਹੀਂ ਹੈ। ਮੈਂ ਇੱਥੇ ਫੁੱਲੋ ਮਿੱਠੀ ਗੁਰਦੁਆਰੇ ਆ, ਮੈਂ ਆਪਣੇ ਘਰੇ ਨਹੀਂ ਹੈਗਾ ਇਸ ਵੇਲੇ। ਤੇ ਜਦੋਂ ਮੈਂ ਘਰੇ ਹੋਵਾਂਗਾ ਉਦੋਂ ਇੱਥੇ ਗੁਰਦੁਆਰੇ ਨਹੀਂ ਹੋਵਾਂਗਾ। ਪਰ ਪਰਮ ਪਿਤਾ ਪਰਮਾਤਮਾ ਕਣ ਕਣ ਵਿੱਚ ਵਸਿਆ ਹੋਇਆ ਹੈ। ਉਸ ਹਰ ਜਗ੍ਹਾ ਤੇ ਪਰਿਪੂਰਨ ਹੈ, ਹਰ ਜਗ੍ਹਾ 'ਚ ਉਹਦਾ ਨਿਵਾਸ ਹੈ। ਉਹ ਸਰਬ ਵਿਆਪਕ ਆ, ਉਹ ਪੂਰਨ ਧਨੀ ਆ। ਉਹਦੇ ਜਿੱਡਾ ਕੋਈ ਅਮੀਰ ਨਹੀਂ, ਧਨੀ ਨਹੀਂ ਹੈਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ, ਐ ਮੇਰੇ ਬੰਦਿਆ ਮਨਾ, ਉਹਦੇ ਨਾਲ ਜੁੜਨਾ ਕਰ ਜਿਹਦੇ ਸੋਭਾ ਹਰ ਹਿਰਦੇ ਦੇ ਵਿੱਚ ਬਣੀ ਹੋਈ ਆ। ਜਿਸ ਸਿਮਰਤ ਦੁੱਖ ਦੇਰਾ ਢਹੇ, ਜਿਸ ਸਿਮਰਤ ਜਮ ਕਛੂ ਨ ਕਹੇ। ਕਿਤੇ ਨਹੀਂ ਗੁਰੂ ਨੇ ਕਿਹਾ ਵੀ ਵਾਹਿਗੁਰੂ ਸ਼ਬਦ ਜਪ। ਇਹ ਤੇ ਜਿਹੜੇ ਪੰਥ ਵਿਰੋਧੀ ਆ ਨਾ, ਇਹ ਉਹਨਾਂ ਦੀਆਂ ਚਾਲਾਂ ਨੇ, ਚਾਲਾਂ। 1999
ਖਾਲਸੇ ਦਾ ਪ੍ਰਗਟ ਦਿਹਾੜਾ ਤੀਸਰੀ ਸ਼ਤਾਬਦੀ 300 ਸਾਲਾ ਮਨਾਇਆ। ਹਰ ਇੱਕ ਧਰਮ ਦੇ ਨੁਮਾਇੰਦੇ ਪਹੁੰਚੇ ਸੀ, ਹਰ ਇੱਕ ਧਰਮ ਦੇ। ਮੱਕੇ ਦਾ ਜਿਹੜਾ ਹੈੱਡ ਪ੍ਰੀਸਟ ਆ ਨਾ, ਉੱਥੋਂ ਦਾ ਜਿਹੜਾ ਹੈੱਡ ਮੌਲਵੀ ਹੈ ਮੱਕੇ ਦਾ, ਉਹ ਵੀ ਪਹੁੰਚਿਆ ਸੀ ਉੱਥੇ। ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ 'ਚ ਮਨਾਇਆ ਗਿਆ ਸੀ, ਜਿੱਥੇ ਖੰਡੇ ਬਾਟੇ ਦੀ ਪੌਲ ਤਿਆਰ ਹੋਈ ਸੀ। ਦਾਸ ਨੇ ਉਸ ਤਖਤ ਤੇ ਸਾਹਮਣੇ ਬਹਿ ਕੇ ਸੰਗਤ ਵਿੱਚ ਬਹੁਤ ਸਾਰੇ ਵਿਦਵਾਨਾਂ ਨੂੰ ਸੁਣਿਆ ਸੀ। ਸਾਰਿਆਂ ਨੂੰ ਨਹੀਂ ਮੈਂ ਕਹਿ ਸਕਦਾ ਵੀ ਮੈਂ ਸੁਣ ਲਿਆ ਸੀ, ਬਹੁਤ ਸਾਰੇ ਵਿਦਵਾਨਾਂ ਨੂੰ ਸੁਣਿਆ, ਜਿਹਦੇ ਵਿੱਚ ਈਸਾਈ ਮਤ ਦਾ ਪੋਪ ਵੀ ਆਇਆ ਸੀ, ਜਿਹਦੇ ਵਿੱਚ ਮੱਕੇ ਦਾ ਹੈੱਡ ਗ੍ਰੰਥੀ ਜਿਹਨੂੰ ਕਹਿ ਦਈਏ ਉਹ ਵੀ ਆਇਆ ਸੀ, ਜਿਹਦੇ ਵਿੱਚ ਜਗਨਨਾਥਪੁਰੀ ਦਾ ਹੈੱਡ ਪੰਡਤ ਸੀ ਉਹ ਵੀ ਆਇਆ ਸੀ, ਜਿਹਦੇ ਵਿੱਚ ਗਿਆ ਦਾ ਬੁੱਧ ਮਤ ਦਾ ਹੈੱਡ ਗਿਆਨੀ ਸੀ ਉਹ ਵੀ ਪਹੁੰਚਿਆ ਸੀ। ਹੋਰ ਵੀ ਬਹੁਤ ਸਾਰੇ ਮਤਾਂ ਮਤਾਂਤਰਾਂ ਦੇ ਆਗੂ ਪਹੁੰਚੇ ਸਨ। ਪੌਪ ਨੇ ਇੱਕ ਗੱਲ ਕਹੀ, ਜਿਹੜਾ ਮਰ ਗਿਆ ਉਹ ਪੌਪ ਹੁਣ, ਤੇ ਜਿਹੜਾ ਮੱਕੇ ਦਾ ਮੁਖੀ ਆਇਆ ਸੀ ਉਹ ਵੀ ਮਰ ਗਿਆ। ਅੱਜ ਕੀ ਕਰੋਨਾ ਦੇ ਨਾਲ ਮਰ ਗਿਆ, ਐਤਕੀ ਮਰਿਆ। ਤੇ ਪੌਪ ਨੂੰ ਮਰੇ ਨੂੰ ਤਕਰੀਬਨ 10-12 ਸਾਲ ਹੋ ਗਏ। ਪੌਪ ਨੇ ਜਦੋਂ ਲੈਕਚਰ ਦਿੱਤਾ ਆਪਣਾ, ਉਹਨੇ ਇੱਕ ਗੱਲ ਕਹੀ, ਕਹਿੰਦਾ ਇਹ ਜਿਹੜਾ ਗੁਰੂ ਨਾਨਕ ਦਾ ਰਸਤਾ ਸੀ ਨਾ, ਇਹ ਸਾਰਿਆਂ ਵਾਸਤੇ ਸੀ, ਕਿਸੇ ਮਜ਼ਹਬ ਨੂੰ ਮਨਾ ਨਹੀਂ, ਇੱਥੇ ਸਭ ਵਾਸਤੇ ਸਾਂਝਾ ਸੀ। ਜੁਰਤ ਵੇਖ ਲਓ ਉਹਦੀ ਬੰਦੇ ਦੀ, ਤੇ ਗੱਲ ਵੀ ਮਰਦ ਵੀ ਉਹੀ ਹੁੰਦਾ ਜਿਹੜਾ ਮੂੰਹ ਤੇ ਗੱਲ ਕਰਕੇ ਜਾਵੇ। ਮਹਾਰਾਜ ਕਹਿੰਦੇ ਨੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਜੇ ਵੇਲੇ ਸੱਚ ਦੇ ਸੱਚ ਨਾ ਬੋਲਿਆ ਤੇ ਪਹਿਲੋਂ ਬੋਲਿਆ ਵੀ ਕਿਸੇ ਲੇਖੇ ਨਹੀਂ ਤੇ ਬਾਅਦ ਚ ਬੋਲਿਆ ਵੀ ਕਿਸੇ ਲੇਖੇ ਨਹੀਂ। ਉਸ ਪੌਪ ਨੇ ਸਿੱਖਾਂ ਦੀ ਸਟੇਜ ਤੇ, ਜਿੱਥੇ ਖਾਲਸੇ ਦਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਸੀ, ਜਿੱਥੋਂ ਪ੍ਰਗਟ ਹੋਇਆ ਸੀ ਖਾਲਸਾ, ਉਸ ਕੇਸਗੜ੍ਹ ਦੇ ਤਖਤ ਤੋਂ ਲੈਕਚਰ ਦਿੱਤਾ ਪੌਪ ਨੇ ਕਿ ਗੁਰੂ ਨਾਨਕ ਦੇ ਘਰ ਦਾ ਜਿਹੜਾ ਰਸਤਾ ਸੀ ਸਿੱਧਾ ਰੱਬ ਤੱਕ ਜਾਂਦਾ ਏ। ਸੱਚਾਈ ਨੂੰ ਸਾਰੇ ਜਾਣਦੇ ਆ, ਸਾਰੇ ਧਰਮਾਂ ਵਾਲੇ, ਕਿ ਸੱਚਾਈ ਅਸਲ ਵਿੱਚ ਹੈ ਕੀ ਹੈ। ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਸੇ ਹੀ ਤਖਤ ਤੇ ਖਾਲਸਾ ਪ੍ਰਗਟ ਕੀਤਾ ਸੀ, ਤੇ ਜਦੋਂ ਪ੍ਰਗਟ ਕੀਤਾ ਸੀ ਇਸ ਖਾਲਸੇ ਨੂੰ ਸਰਦਾਰ ਬਣਾਇਆ ਸੀ, ਸਰਦਾਰ। ਤੇ ਸਰਦਾਰ ਅਰਬੀ ਫਾਰਸੀ ਦਾ ਸ਼ਬਦ ਆ। ਸਰਦਾਰ ਦੇ ਅਰਥ ਨੇ ਆਗੂ, ਮੁਖੀਆ, ਬੌਸ। ਹਰ ਗੁਰਸਿੱਖ ਨੂੰ ਸਰਦਾਰ ਬਣਾਇਆ ਸੀ ਉਸ ਪੌਪ ਦੇ ਸ਼ਬਦ। ਤੇ ਕਹਿੰਦਾ ਇਹ ਸਰਦਾਰ ਦੀ ਜ਼ਿੰਮੇਵਾਰੀ ਕੀ ਸੀ? ਇਹ ਗੁਰੂ ਨਾਨਕ ਦਾ ਘਰ ਦਾ ਰਸਤਾ ਸੀ, ਪੂਰੀ ਮਨੁੱਖਤਾ ਦੀ ਅਗਵਾਈ ਕਰਨੀ ਸਰਦਾਰਾਂ ਨੇ, ਪੂਰੀ ਮਨੁੱਖਤਾ ਦੀ, ਤੇ ਇਹਨਾਂ ਨੂੰ ਸਿੱਧਾ ਰਸਤਾ ਦੱਸਣਾ ਕਹਿੰਦਾ। ਪਰ ਅਫਸੋਸ ਸਿੱਖ ਤੇ ਖੁਦ ਭੁੱਲ ਗਿਆ ਗੁਰੂ ਨਾਨਕ ਦੇ ਘਰ ਦਾ ਰਸਤਾ ਕਿਹੜਾ ਸੀ। ਇਹਨੇ ਦੂਜਿਆਂ ਨੂੰ ਰਸਤਾ ਕੀ ਦੱਸਣਾ? ਨਾਲੇ ਸਿੱਖ ਕਹਾਉਂਦਾ, ਨਾਲੇ ਜਾਤ ਪਾਤ ਨੂੰ ਮੰਨਦਾ, ਨਾਲੇ ਸਿੱਖ ਕਹਾਉਂਦਾ, ਨਾਲੇ ਊਚ ਨੀਚ ਨੂੰ, ਬ੍ਰਾਹਮਣਾਂ ਵਾਲੇ ਸਾਰੇ ਸੰਸਕਾਰ ਕਰਦਾ। ਬੰਬਈ ਦੇ ਵਿੱਚ ਇੱਕ ਧਰਮ ਸੰਮੇਲਨ ਹੋਇਆ, ਸਰਬ ਧਰਮ ਸੰਮੇਲਨ। ਦਾਸ ਨੂੰ ਵੀ ਉੱਥੇ
ਸੁਭਾਗ ਪ੍ਰਾਪਤ ਹੋਇਆ ਬੋਲਣ ਦਾ। ਇੱਕ ਚੇਅਰਮੈਨ ਗੁਰਦੁਆਰਾ ਸਾਹਿਬ ਦਾ ਉੱਠਿਆ ਤੇ ਉਹਨੇ ਲੈਕਚਰ ਦਿੱਤਾ। ਕਹਿੰਦਾ ਸਿੱਖ ਇੱਕ ਵੱਖਰੀ ਕੌਮ ਆ, ਪਰ ਜਿਨ੍ਹਾਂ ਵਾਸਤੇ ਕੁਰਬਾਨੀਆਂ ਕਰਦੇ ਰਹੇ ਉਹੀ ਹਿੰਦੂ ਭਰਾ ਅੱਜ ਸਿੱਖ ਨੂੰ ਹਿੰਦੂ ਵਿੱਚ ਕਨਵਰਟ ਕਰਨ ਦਾ ਯਤਨ ਕਰਨ ਡਿਆ। ਤੇ ਬਹੁਤ ਸਾਰੇ ਬ੍ਰਾਹਮਣ ਲੋਕ ਕਹਿੰਦੇ ਨੇ ਸਿੱਖ ਕੇਸਾਧਾਰੀ ਹਿੰਦੂ ਆ, ਜਦੋਂ ਕਿ ਇਹ ਗਲਤ ਆ। ਅਸੀਂ ਨਹੀਂ ਮੰਨਦੇ, ਅਸੀਂ ਵੱਖਰੇ ਆ। ਮੈਂ ਕੁਝ ਮੈਟਰ ਤੇ ਹੋਰ ਲੈ ਕੇ ਗਿਆ ਸੀ, ਕਿਸੇ ਹੋਰ ਵਿਸ਼ੇ ਤੇ ਬੋਲਣਾ ਸੀ। ਫਿਰ ਮੈਂ ਗੁਰੂ ਨਾਨਕ ਦੇ ਘਰ ਦਾ ਕੁੱਤਾ ਹੈ ਤੇ ਵਫਾ 'ਚ ਭੌਂਕਣ ਦਾ ਮੇਰਾ ਸੁਭਾਅ ਹੋਏ, ਕਿਉਂਕਿ ਕੁੱਤੇ ਦੀ ਵਫਾਦਾਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵੀ ਮੰਨਦਾ ਹੈ। ਤੇ ਕੁੱਤਾ ਬਣਨ ਦਾ ਯਤਨ ਕਰਨ ਡਿਆ ਕਿ ਮੈਂ ਵਫਾਦਾਰੀ ਨਿਭਾ। ਮੈਂ ਫਿਰ ਉਹਦੇ ਉੱਤੇ ਆਲੋਚਨਾ ਕੀਤੀ ਜਿਹੜਾ ਉਹਨੇ ਬੋਲਿਆ। ਮੈਂ ਕਿਹਾ ਦੂਜੇ ਨੂੰ ਕਹਿਣਾ ਬੜਾ ਸੌਖਾ ਹੈ, ਪੁੱਤਰ ਆਪ ਦਾ ਗਲਤ ਹੋਵੇ ਨਾ ਤੇ ਮਾਂ ਕਦੀ ਨਹੀਂ ਕਹਿੰਦੀ ਮੇਰਾ ਪੁੱਤਰ ਗਲਤ ਹੈ। ਗੁਆਂਢਣ ਨੂੰ, ਜਿਹਦੇ ਪੜੋਸਣ ਨੂੰ ਜਾ ਕੇ ਲਾਂਭਾ ਦਿੰਦੀ, ਖਬਰਦਾਰ ਤੇਰਾ ਪੁੱਤਰ ਮੇਰੇ ਪੁੱਤਰ ਨੂੰ ਲੈ ਕੇ ਗਿਆ ਤੇ ਤੂੰ ਆਪਣੇ ਨੂੰ ਰੋਕ ਨਾ, ਉਹਨੂੰ ਕੀ ਲਾਂਭਾ ਦੇਂਦੇ। ਮੈਂ ਕਿਹਾ ਵੀ ਜਿਹੜੇ ਹਿੰਦੂ ਲੋਕ ਨੇ ਉਹ ਝੂਠ ਨਹੀਂ ਬੋਲਦੇ, ਸੱਚ ਕਹਿ ਰਹੇ ਨੇ। ਤੁਸੀਂ ਨਿਆਰੇ ਰਹੇ ਹੀ ਨਹੀਂ। ਕੀ ਹਿੰਦੂਆਂ ਵਾਲੇ ਸੰਸਕਾਰ ਨਹੀਂ ਹੈ ਤੁਹਾਡੇ? ਹਿੰਦੂ ਮੰਦਿਰ ਦੇ ਵਿੱਚ ਵਿਤਕਰਾ ਕਰਦਾ, ਤੁਸੀਂ ਗੁਰਦੁਆਰੇ 'ਚ ਕਰਦੇ ਹੋ। ਹਿੰਦੂ ਪੱਥਰ ਦੀ ਮੂਰਤੀ, ਪਿੱਤਲ ਦੀ ਮੂਰਤੀ, ਮਾਰਬਲ ਦੀ ਮੂਰਤੀ ਪੂਜਦਾ ਹੈ। ਅਸੀਂ ਇਸ ਗੁਰੂ ਨੂੰ ਮੂਰਤੀ ਬਣਾ ਕੇ ਪੂਜਣਾ ਸ਼ੁਰੂ ਕਰਤਾ। ਹਿੰਦੂ ਜਾਤ ਪਾਤ ਗੋਤ ਵਰਨ ਵੰਡ ਨੂੰ ਮੰਨਦਾ ਏ ਤੇ ਸਿੱਖ ਨਹੀਂ ਮੰਨਦਾ। ਨਿਆਰਾ ਕੀ ਹੈ ਇਹਦੇ ਵਿੱਚ? ਹਿੰਦੂ ਪੁੰਨਿਆ ਮਸਿਆ ਚੌਦਸ ਇਕਾਦਸ਼ੀ ਦੁਆਦਸ਼ੀ ਮੰਨਦਾ ਏ ਤੇ ਕੀ ਸਿੱਖ ਨਹੀਂ ਮੰਨਦੇ? ਮੈਂ ਇੱਕ ਦਿਨ ਭੁੱਲ ਗਿਆ ਦਸਵੀਂ ਦੱਸਣਾ ਵੀ ਅੱਜ ਦਸਵੀਂ ਆ। ਇੱਕ ਦਿਨ ਭੁੱਲ ਗਿਆ ਤੇ ਇੱਥੇ ਇੱਕ ਗੁਰਸਿੱਖ ਆਇਆ ਬੰਦਾ, ਮੇਰੇ ਕਮਰੇ 'ਚ ਗਿਆ, ਕਹਿੰਦਾ ਬਾਬਾ ਤੂੰ ਅੱਜ ਦਸਵੀਂ ਨਹੀਂ ਦੱਸੀ ਸੀ, ਕੱਲ੍ਹ ਤੂੰ ਦਸਵੀਂ ਨਹੀਂ ਦੱਸੀ। ਮੈਂ ਕਿਹਾ ਭੁੱਲ ਗਿਆ ਹੋਵਾਂਗਾ। ਕਾਹਦਾ? ਕਹਿੰਦਾ ਭੁੱਲ ਗਿਆ, ਸਾਡੀਆਂ ਬੁੜੀਆਂ ਨੇ ਲੱਸੀ ਪਾਉਣ ਜਾਣਾ ਸੀ, ਉਹ ਭੁੱਲ ਗਈਆਂ। ਬਾਬੇ ਨੂੰ ਦਸਵੀਂ ਦੱਸਣ ਵਾਸਤੇ ਰੱਖਿਆ ਜੀ। ਇਹ ਗੁਰੂ ਦਾ ਦੁਆਰਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਰੱਖਿਆ ਜੇ ਕਿ ਦਸਵੀਂ ਵਾਸਤੇ ਰੱਖਿਆ ਜੀ? ਤੂੰ ਦਸਵੀਂ ਦੱਸਿਆ ਕਰ, ਇਕਾਦਸ਼ੀ ਦੱਸਿਆ ਕਰ, ਮੱਸਿਆ ਪੁੰਨਿਆ ਦੱਸਿਆ ਕਰ। ਅਸੀਂ ਜਾਣਾ ਹੁੰਦਾ ਆਪਣੇ 100 ਕਹਿੰਦਾ ਖਾਨਦਾਨੀ ਵਿਹਾਰ ਕਰਨੇ। ਦੱਸੋ ਇਹਦੇ ਵਿੱਚ ਸਿੱਖਾਂ ਵਾਲਾ ਕਿਹੜਾ ਕੰਮ ਹੈ? ਇਹ ਕੁਝ ਹਿੰਦੂ ਕਰਦੇ ਆ ਤੇ ਅਸੀਂ ਕਰਦੇ ਆ ਤੇ ਇੱਕੋ ਹੀ ਗੱਲ ਆ। ਕਈ ਗੁਰਮੁਖ ਪਿਆਰੇ ਆਣ ਕੇ ਕਹਿੰਦੇ ਨੇ ਪਾਠ ਰਖਾਉਣਾ ਕੋਈ ਚੰਗਾ ਜਿਹਾ ਦਿਨ ਦੱਸੋ। ਉਹ ਗੁਰੂ ਦੇ ਪਿਆਰਿਆ, ਚੰਗਾ ਦਿਨ ਉਦਣ ਹੋਊਗਾ ਜਿੱਦਣ ਗੁਰੂ ਤੇਰੇ ਘਰੇ ਪ੍ਰਕਾਸ਼ ਹੋ ਜਾਊਗਾ। ਉਹ ਤੋਂ ਚੰਗਾ ਦਿਨ ਹੋਰ ਕਿਹੜਾ ਹੈਗਾ? ਪਰ ਅਸੀਂ ਹਿੰਦੂ ਹਾਂ ਤਾਂ ਹਿੰਦੂਆਂ ਵਾਲੇ ਸਾਰੇ ਕਾਰ ਵਿਹਾਰ ਕਰਦੇ ਆ। ਹਿੰਦੂਆਂ ਨੇ ਹਵਨ ਕਰਾਉਣਾ ਹੋਵੇ, ਪੂਜਾ ਕਰਾਉਣੀ ਹੋਵੇ ਤੇ ਉਹ ਪਹਿਲਾਂ ਮਹੂਰਤ ਕਢਾਉਂਦੇ ਆ। ਤੇ ਸਿੱਖ ਥੋੜਾ ਜਿਹਾ ਫਰਕ ਪਾ ਦਿੰਦਾ, ਚੰਗਾ ਜਿਹਾ ਦਿਨ ਦੱਸੀ ਕਹਿ ਦਿੰਦਾ ਆਣ ਕੇ। ਕਰਦੇ ਤੇ ਹਿੰਦੂਆਂ ਵਾਲੇ ਲੱਛਣ ਆ ਸਾਰੇ। ਤੇ ਫਿਰ ਅਸੀਂ ਵਿਰੋਧ ਕਿਉਂ ਕਰਦੇ ਆ ਵੀ ਸਾਨੂੰ ਹਿੰਦੂ ਕਿਉਂ ਕਹਿੰਦੇ ਜੀ? ਉਹ ਸੱਚ ਹੀ ਕਹਿ ਰਹੇ ਨੇ ਵੀ ਇਹ ਕੇਸਾਧਾਰੀ ਹਿੰਦੂ ਆ। ਉਹਨਾਂ ਨੇ ਧਾਗੇ ਦਾ ਜਨੇਊ ਪਾਇਆ, ਅਸੀਂ ਆਹ ਜਨੇਊ ਪਾਇਆ। ਕਿ ਜਿਹੜੀ ਇੰਨੀ ਕੁ ਕਿਰਪਾਨ ਆ ਉਹ ਜਨੇਊ ਨਹੀਂ ਤੇ ਕੀ ਆ? ਮੰਨ ਲਓ ਮੈਂ ਇੰਨੀ ਕੁ ਕਿਰਪਾਨ ਪਾਈ ਆ ਤੇ ਮੈਨੂੰ ਪਤਾ ਵੀ ਹੋਣਾ ਚਾਹੀਦਾ ਨਾ ਮੈਂ ਕਾਹਦੇ ਲਈ ਪਾਈ ਆ। ਬਹੁਤਿਆਂ ਨੂੰ ਪਤਾ ਨਹੀਂ ਜੇ, ਪੁੱਛ ਲਿਆ ਕਰੋ ਜਿਹੜੇ ਅੰਮ੍ਰਿਤਧਾਰੀ ਆ। ਮੈਂ ਬਹੁਤਿਆਂ ਦੇ ਨਾਲ ਇਹੋ ਜਿਹੀ ਵਿਚਾਰ ਕੀਤੀ ਆ। ਉਹਨੂੰ ਪੁੱਛੇ ਨਾ ਵੀ ਆ ਕਿਰਪਾਨ ਕਾਹ ਤੋਂ ਪਾਈ? ਲੈ ਸਾਡੇ ਧਰਮ ਦਾ ਚਿੰਨ੍ਹ ਆ। ਤੇ ਜੇ ਤੁਹਾਡੇ ਧਰਮ ਦਾ ਚਿੰਨ੍ਹ ਕਿਰਪਾਨ ਆ
ਤੇ ਹਿੰਦੂਆਂ ਦੇ ਧਰਮ ਦਾ ਚਿੰਨ੍ਹ ਜਨੇਊ ਆ ਤੇ ਕੇਸਾਧਾਰੀ ਹਿੰਦੂ ਨਾ ਬਣੇ ਫਿਰ ਅਸੀਂ। ਇਹ ਕਿਰਪਾਨ ਦੇ ਇਸ ਤੋਂ ਇਹਨੂੰ ਕਿਰਪਾਨ ਸ਼ਬਦ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ। ਇਸ ਤੋਂ ਪਹਿਲਾਂ ਇਹਨੂੰ ਤਲਵਾਰ ਕਿਹਾ ਜਾਂਦਾ ਸੀ। ਤਲਵਾਰ ਬਦਕਿਸਮਤੀ ਆ ਕਿ ਜੇ ਕੋਈ ਸਟੱਡੀ ਵਾਲਾ ਗਿਆਨੀ ਹੋਵੇ ਨਾ ਉਹਨੂੰ ਅਸੀਂ ਤੰਗ ਕਰਦੇ ਹਾਂ ਤੇ ਅਸੀਂ ਸੁਣਨਾ ਨਹੀਂ ਚਾਹੁੰਦੇ ਸੱਚ। ਸਾਨੂੰ ਬਸ ਇੰਨਾ ਕੁ ਚਾਹੀਦਾ ਬੂਹਾ ਖੁੱਲ੍ਹਾ ਹੋਵੇ ਦਰਬਾਰ ਦਾ ਤੇ ਅਸੀਂ ਹਿੰਦੂਆਂ ਵਾਂਗੂ ਆਪਣੇ ਕਾਰ ਵਿਹਾਰ ਕਰ ਲਈਏ ਆ ਕੇ। ਤਲਵਾਰ ਸ਼ਬਦ ਸੀ ਪਹਿਲੇ। ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਨਾਮ ਦਿੱਤਾ ਕਿਰਪਾਨ। ਇਹਦੇ ਵਿੱਚ ਬੜਾ ਵੱਡਾ ਰਹੱਸ ਆ, ਰਹੱਸ ਜਿਹੜਾ ਮੈਨੂੰ ਉਮੀਦ ਵੀ 100 ਸਿੱਖ ਦੇ ਵਿੱਚੋਂ ਜੇ ਇੱਕ ਵੀ ਜਾਣਦਾ ਹੋਵੇ ਜਾਂ ਦੋ ਚਾਰ ਵੀ ਜਾਣਦੇ ਹੋਵੇ ਤੇ ਬੜੀ ਵੱਡੀ ਗੱਲ ਆ। ਪਰ ਮੈਨੂੰ ਨਹੀਂ ਲੱਗਦਾ ਕਿ ਕੋਈ 100 ਦੇ ਵਿੱਚੋਂ 5-4 ਸਿੱਖ ਵੀ ਜਾਣਦੇ ਹੋਣਗੇ ਵੀ ਕਿਰਪਾਨ 'ਚ ਤੇ ਤਲਵਾਰ 'ਚ ਕਹਿਣ 'ਚ ਫਰਕ ਕੀ ਆ। ਜਦੋਂ ਤਲਵਾਰ ਦੇ ਪਰਿਭਾਸ਼ਾ ਅਰਥ ਕਰਾਂਗੇ ਨਾ ਤੇ ਤਲ ਦੇ ਅਰਥ ਬਣਦੇ ਨੇ ਨੀਵਾ, ਤਲ, ਤੇ ਵਾਰ ਦੇ ਅਰਥ ਨੇ ਵਾਰ ਕਰਨਾ, ਆਪਣੇ ਤੋਂ ਮਾੜੇ ਤੇ ਵਾਰ ਕਰਨਾ ਹੁੰਦਾ ਨਾ। ਇਦਾਂ ਜਦੋਂ ਤਗੜਾ ਆਉਂਦਾ ਉਹਦੇ ਕਦਮਾਂ 'ਚ ਰੱਖ ਦਿੰਦੇ ਆ ਤੇ ਮਾੜਾ ਆਉਂਦਾ ਤੇ ਉਹਨੂੰ ਕੱਢ ਵਿਖਾਉਂਦੇ ਆ। ਇਹ ਅਰਥ ਸੀ ਤਲਵਾਰ ਦੇ। ਤੇ ਇਹਦੇ ਅਰਥ ਗੁਰੂ ਸਾਹਿਬ ਜੀ ਨੇ ਵੇਖਿਆ ਵੀ ਇਹਦੇ ਅਰਥ ਗਲਤ ਨੇ ਔਰ ਇਹਦੀ ਵਰਤੋਂ ਗਲਤ ਆ। ਅਸੀਂ ਇਹਨੂੰ ਪਹਿਨਾਂਗੇ ਤੇ ਇਹਦੇ ਅਰਥ ਵੀ ਬਦਲਾਂਗੇ, ਇਹਦੀ ਵਰਤੋਂ ਵੀ ਬਦਲਾਂਗੇ। ਇਸ ਲਈ ਅਕਾਲ ਤਖਤ ਦੇ ਤਖਤ ਤੋਂ ਸਤਿਗੁਰਾਂ ਐਲਾਨ ਕੀਤਾ ਇਹ ਕਿਰਪਾਨ ਆ। ਤੇ ਕਿਰਪਾਨ ਦੇ ਅਰਥ ਪਤਾ ਕੀ ਹੁੰਦੇ ਆ? ਕਿਰਪਾ ਆਨ, ਇਹਦੀ ਕਿਰਪਾ ਦੇ ਨਾਲ ਮੇਰੀ ਆਨ ਸ਼ਾਨ ਬਾਣ ਬਚੇਗੀ। ਇਹ ਬਣਾ ਦਿੱਤੀ ਕਿਰਪਾਨ। ਇਹਦੀ ਕਿਰਪਾ ਨਾਲ ਮੇਰੀ ਆਨ ਬਾਣ ਸ਼ਾਨ ਬਚੇਗੀ, ਤਾਂ ਇਹਦਾ ਨਾਂ ਰੱਖਿਆ ਕਿਰਪਾਨ। ਨਹੀਂ ਤੇ ਜਿੰਨੇ ਮਰਜ਼ੀ ਹਿੰਦੂ ਗ੍ਰੰਥ ਪੜ੍ਹ ਲਓ, ਇਸਲਾਮ ਦੇ ਗ੍ਰੰਥ ਪੜ੍ਹ ਲਓ, ਕ੍ਰਿਸਚਨਾਂ ਦੇ ਗ੍ਰੰਥ ਪੜ੍ਹ ਲਓ, ਇਹਦੇ ਅਰਥ ਨੇ ਤਲਵਾਰ। ਤਲਵਾਰ ਦਾ ਅਰਥ ਆਪਾਂ ਕਰ ਹੀ ਲਿਆ ਵੀ ਤਲ, ਨੀਵਾ। ਤਲਾਕ ਕਹਿੰਦੇ ਨਾ, ਤਲਾਕ ਕਦੀ ਟੈਂਕੀ ਤੇ ਹੁੰਦਾ, ਤਲਾ ਨੀਵੇਂ ਥਾਂ ਹੀ ਹੁੰਦਾ। ਤਲ ਦਾ ਮਤਲਬ ਨੀਵਾ ਥਾਂ। ਵਾਰ ਕਰਨਾ, ਨੀਵੇਂ ਤੇ ਵਾਰ ਕਰਨਾ। ਮਹਾਰਾਜ ਨੇ ਕਿਹਾ ਨਹੀਂ, ਇਹ ਨੀਵੇਂ ਤੇ ਵਾਰ ਨਹੀਂ ਕਰੇ, ਇਹਦੀ ਕਿਰਪਾ ਨਾਲ ਆਨ ਬਚੇਗੀ। ਇਹ ਕਿਰਪਾਨ ਬਣ ਗਈ। ਤੇ ਅਸੀਂ ਅੱਜ ਇਹਦੀ ਪਰਿਭਾਸ਼ਾ ਬਣਾਤੀ। ਇਹ ਸਾਡੇ ਧਰਮ ਦਾ ਚਿੰਨ੍ਹ ਆ। ਜੇ ਇਹ ਤੁਹਾਡੇ ਧਰਮ ਦਾ ਚਿੰਨ੍ਹ ਆ ਤੇ ਜਿਹੜਾ ਉਹ ਨਿਸ਼ਾਨ ਸਾਹਿਬ ਤੇ ਲੱਗਾ ਉਹ ਕਿਹੜੇ ਧਰਮ ਦਾ ਚਿੰਨ੍ਹ ਆ? ਫਿਰ ਜਿਹੜਾ ਅਸੀਂ ਹੱਥ 'ਚ ਰੱਖਦੇ ਆ ਇਹ ਕਿਹੜੇ ਧਰਮ ਦਾ ਚਿੰਨ੍ਹ ਆ? ਇਹ ਸ਼ਸਤਰ ਆ। ਤੇ ਇਹ ਮਹਾਰਾਜ ਨੇ ਕਿਹਾ ਸ਼ਸਤਰ ਕੇ ਅਧੀਨ ਰਾਜ ਹੈ। ਇਹ ਸ਼ਸਤਰ ਆ, ਇਹਨੂੰ ਸ਼ਸਤਰ ਵਾਂਗੂ ਪਹਿਨਿਆ ਕਰੋ। ਤੇ ਜਿਹੜਾ ਸ਼ਸਤਰ ਮੇਰੀ ਰੱਖਿਆ ਕਰ ਨਹੀਂ ਸਕਦਾ ਉਹ ਜਨੇਊ ਤੋਂ ਵੱਧ ਕੁਛ ਨਹੀਂ ਆ। ਤੇ ਫਿਰ ਅਸੀਂ ਹਿੰਦੂ ਹੀ ਆ, ਹੋਰ ਕੀ ਆ? ਇਹਨਾਂ ਵੀ ਅਸੀਂ ਕੇਸਾਧਾਰੀ ਆ। ਜੇ ਗੁਰਸਿੱਖ ਬਣਨਾ ਹੈ ਤੇ ਮਹਾਰਾਜ ਕਹਿੰਦੇ ਖਾਲਸਾ ਨਿਆਰਾ ਰਵੇ। ਤੇ ਜਿੰਨਾ ਚਿਰ ਨਿਆਰਾ ਰਹੇਗਾ ਗੁਰੂ ਦਾ ਤੇਜ ਪ੍ਰਤਾਪ ਸਾਰਾ ਰਹੇਗਾ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ। ਸਾਨੂੰ ਤੇ ਹੀ ਨਹੀਂ ਪਤਾ ਖਾਲਸਾ ਕੌਣ ਹੁੰਦਾ ਹੈ। ਅਸੀਂ ਜਣੇ ਖਣੇ ਨੂੰ ਖਾਲਸਾ ਕਹੀ ਜਾਂਦੇ। ਮਹਾਰਾਜ ਦੀ ਪਰਿਭਾਸ਼ਾ ਖਾਲਸੇ ਦੀ ਸਮਝਾਉਂਦੇ ਆ। ਸਰਬ ਲੋਕ ਗ੍ਰੰਥ ਦੇ ਵਿੱਚ 8-9 ਪੰਨੇ ਭਰ ਦਿੱਤੇ ਖਾਲਸੇ ਦੀ ਸਿਫਤ ਵਿੱਚ। ਮਹਾਰਾਜ ਪਤਾ ਕੀ ਕਹਿੰਦੇ? ਖਾਲਸਾ ਕੌਣ ਆ? ਮਹਾਰਾਜ ਕਹਿੰਦੇ ਖਾਲਸਾ ਖਾਸ ਕਹਾਵੇ ਸੋਈ, ਜਾ ਕੇ ਹਿਰਦੇ ਭਰਮ ਨਾ ਹੋਈ। ਭਰਮ ਪੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਭਰਮਾਂ 'ਚ ਫਸਿਆ ਨਾ ਖਾਲਸਾ ਰੱਖਿਆ। ਜਾਗਤ ਜੋਤ ਜਪੇ ਨਿਸਭਾਸਰ, ਏਕ ਬਿਨਾ ਮਨ ਨੈਕ ਨ ਆਨੇ। ਪੂਰਨ ਪ੍ਰੇਮ ਪ੍ਰਤੀਤ ਸਜੇ ਵਰਤ, ਗੌਰ ਮਰੀ ਮਟ ਭੂਲ ਨ ਮਾਨੇ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ। ਪੂਰਨ ਜੋਤ ਜਗੇ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਣੇ। ਕਦੀ ਖਾਲਸੇ ਦੀ ਪਰਿਭਾਸ਼ਾ ਤੇ ਪੜ੍ਹ ਕੇ ਵੇਖੀਏ।
ਖਾਲਸਾ ਬਣਾਇਆ ਗੁਰੂ ਨੇ ਤੇ ਕਹਿ ਦਿੱਤਾ ਜਿੰਨਾ ਚਿਰ ਨਿਆਰਾ ਰਵੇਂਗਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅੱਜ ਤਿਉ ਤਾਂ ਹੀ ਤੇ ਅੱਜ ਸਾਡੀ ਪ੍ਰਤੀਤ ਨਹੀਂ ਕਰਦਾ ਪਿਆ। ਜੇ ਦੋ ਖਾਲਸੇ ਜਾ ਰਹੇ ਹੋਣ ਨਾ ਗੁਰਸਿੱਖ, ਦੋਨਾਂ ਦੇ ਦਿਲ 'ਚ ਇੱਕ ਦੂਜੇ ਦੇ ਪ੍ਰਤੀ ਪਾਪ ਹੁੰਦਾ ਹੈ, ਤੇ ਕੀ ਕਰ ਲਾਂਗੇ ਅਸੀਂ? ਵਿਚਾਲੇ ਗੁਰੂ ਹੁੰਦਾ ਤੇ ਗੁਰੂ ਸ਼ਰਮ ਨਾਲ ਪਾਣੀ ਪਾਣੀ ਹੋ ਰਿਹਾ ਹੁੰਦਾ। ਦੋ ਗੁਰਸਿੱਖ ਜਾ ਰਹੇ ਆ ਤੇ ਦੋਨਾਂ ਦੇ ਦਿਲ 'ਚ ਇੱਕ ਦੂਜੇ ਦੇ ਪ੍ਰਤੀ ਪਾਪ ਆ। ਉਹ ਕਹਿੰਦਾ ਵੀ ਮੈਂ ਇਹਨੂੰ ਠਿੱਬੀ ਮਾਰ ਕੇ ਪਿੱਛੇ ਸੁੱਟਾਂ, ਤੇ ਉਹ ਕਹਿੰਦਾ ਮੈਂ ਇਹਨੂੰ ਠਿੱਬੀ ਮਾਰ ਕੇ ਪਿੱਛੇ ਸੁੱਟਾਂ, ਤੇ ਮੰਗਦੇ ਪਏ ਆ ਖਾਲਿਸਤਾਨ। ਪਹਿਲੇ ਖਾਲਸਾ ਤੇ ਬਣ, ਉਸ ਤੋਂ ਬਾਅਦ ਤੈਨੂੰ ਮੰਗਣ ਦੀ ਲੋੜ ਨਹੀਂ ਪਏਗੀ, ਕਿਉਂਕਿ ਦਾਤੇ ਨੇ, ਗੁਰੂ ਨੇ ਤੈਨੂੰ ਭਿਖਾਰੀ ਨਹੀਂ ਬਣਾਇਆ, ਤੈਨੂੰ ਸੰਤ ਸਿਪਾਹੀ ਬਣਾਇਆ ਸੀ। ਤੇ ਸੰਤ ਜਿਹੜਾ ਹੁੰਦਾ ਉਹ ਇੱਕੋ ਦੇ ਅੱਗੇ ਭੀਖ ਮੰਗਦਾ ਹੈ, ਰੱਬ ਦੇ ਅੱਗੇ। ਤੇ ਸਿਪਾਹੀ ਜਿਹੜਾ ਹੁੰਦਾ ਹੈ ਡੰਨ ਦਿੰਦਾ ਹੈ, ਡੰਨ ਲੈਂਦਾ ਨਹੀਂ। ਸਿਪਾਹੀ ਜਿਹੜਾ ਹੁੰਦਾ ਹੈ ਉਹ ਸਭ ਕੁਝ ਮੱਲਦਾ ਏ, ਖਵਾਉਂਦਾ ਨਹੀਂ ਹੈ। ਤੇ ਸਾਡੀਆਂ ਤੇ ਹੁਣ ਜ਼ਮੀਨਾਂ ਵੀ ਖੁੱਸਣ ਤੇ ਆ ਗਈਆਂ, ਅਸੀਂ ਕਦੋਂ ਸਮਝਾਂਗੇ? ਅਜੇ ਵੀ ਨਾ ਸਮਝਿਆ ਤੇ ਮਹਾਰਾਜ ਕਹਿੰਦੇ ਕੁਛ ਨਹੀਂ ਵਿਗੜਿਆ, ਅਜੇ ਵੀ ਸਮਝ ਜਾ, ਨਿਆਰਾ ਹੋ ਜਾ, ਗੁਰੂ ਦਾ ਪੁੱਤਰ ਬਣ ਜਾ, ਤੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਦਾ ਧਾਰਨੀ ਹੋ ਜਾ। ਅੱਜ ਵੀ ਗੁਰੂ ਤੇਰੇ ਤੇ ਉਨੀਆਂ ਹੀ ਬਰਕਤਾਂ ਕਰ ਬਖਸ਼ਿਸ਼ ਕਰੇਗਾ। ਪਰ ਯਾਦ ਰੱਖੀ, ਜਦ ਗਹਿ ਵਿਪਰਨ ਕੀ ਰੀਤ, ਜਿੰਨਾ ਚਿਰ ਵਿਪਰਨ ਦੀ ਰੀਤ ਕਰਦਾ ਰਹੇਗਾ ਉਹਨਾਂ ਚਿਰ ਗੁਰੂ ਇਹਦੀ ਪ੍ਰਤੀਤ ਨਹੀਂ ਕਰੇਗਾ। ਇਸ ਲਈ ਗੁਰੂ ਕੇ ਸਿੱਖਾਂ ਮਹਾਰਾਜ ਕਹਿੰਦੇ ਨੇ, ਜਿਸ ਸਿਮਰਤ ਦੁੱਖ ਡੇਰਾ ਢਹੇ, ਜਿਸ ਸਿਮਰਤ ਜਮ ਕਛੂ ਨ ਕਹੇ, ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ ਤਰੇ, ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਨ ਆਧਾਰ। ਸਤ ਸੰਗਤ ਦੀ ਸਦਾ ਜੈ ਜੈਕਾਰ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਪ੍ਰਮਾਤਮਾ ਦਾ ਨਾਮ ਆ ਉਹ ਮੇਰੇ ਪ੍ਰਾਣਾਂ ਦਾ ਆਧਾਰ ਆ। ਅੱਗੇ ਬਖਸ਼ਿਸ਼ ਕਰਦੇ ਨੇ ਮਹਾਰਾਜ, ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ। ਬਿਰਥੀ ਨਾ ਹੋ ਬਈ ਜਨ ਕੀ ਅਰਦਾਸ, ਕਰ ਤੇ ਸਹੀ ਗੁਰੂ ਦੇ ਚਰਨਾਂ 'ਚ ਅਰਦਾਸ। ਮਹਾਰਾਜ ਕਹਿੰਦੇ ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ, ਸੰਤ ਸ਼ਬਦ ਆ ਗੁਰੂ ਵਾਸਤੇ, ਗੁਰੂ ਦੀ ਕਿਰਪਾ ਦਾ ਸਦਕਾ ਮੇਰੇ ਹਿਰਦੇ 'ਚ ਨਾਮ ਦਾ ਨਿਵਾਸ ਹੋ ਗਿਆ। ਭੁੱਲ ਚੁੱਕ ਦੀ ਖਿਮਾ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਦੇਵ ਸਦਾ ਦਇਆ ਖੇਲੀ।